ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। बहुत बहुत शुक्रिया रंधावा जी। ਭਾਸਕਰ ਸਾਹਿਬ, ਕੇਜਰੀਵਾਲ ਨਵਜੋਤ ਸਿੰਘ ਸਿੱਧੂ ਦੀ ਸਿਫਤ ਕਰਦੇ ਆ, ਜਦ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਦੀ ਲਗਾਤਾਰ ਆਲੋਚਨਾ ਕਰ ਰਹੇ ਆ ਔਰ ਕੇਜਰੀਵਾਲ ਇਸੇ ਚੀਜ਼ ਦੀ ਸਿਫਤ ਕਰਦੇ ਆ ਕਿ ਆਪਣੀ ਪਾਰਟੀ ਦੇ ਪਲੇਟਫਾਰਮ ਤੋਂ ਇੱਕ ਕ੍ਰਿਟਿਕ ਵਾਂਗ ਵਿਚਰਨਾ ਚੰਗਾ ਲੱਗਦਾ। ਲੇਕਿਨ ਦੇਖਣਾ ਇਹ ਹੈ ਕਿ ਜਿਨ੍ਹਾਂ ਕੰਮਾਂ ਦੀ ਆਲੋਚਨਾ ਸਿੱਧੂ ਕਰ ਰਿਹਾ ਚੰਨੀ ਦਿਆਂ ਦੀ, ਉਹੋ ਹੀ ਕੰਮ ਕੇਜਰੀਵਾਲ ਕਰ ਰਿਹਾ। ਤੇ ਇੱਕ ਤਰ੍ਹਾਂ ਨਾਲ ਕੇਜਰੀਵਾਲ ਦੀ ਕਾਰਜਸ਼ੈਲੀ ਦੀ ਵੀ ਆਲੋਚਕ ਸਿੱਧੂ ਨੂੰ ਮੰਨਿਆ ਜਾ ਸਕਦਾ, ਪਰ ਸਿੱਧੂ ਦੀ ਸਿਫਤ ਕਰ ਰਹੇ ਕੇਜਰੀਵਾਲ। ਇਹਦੇ 'ਚ ਕੋਈ ਝੋਲ ਲੱਗਦਾ ਹੈ। ਇਹ ਸੱਚਮੁੱਚ ਕੋਈ ਟੇਢਾਪਣ ਹੈ? ਸਿੱਧੂ ਛਵੀ ਬਚਾ ਕੇ ਅੱਗੇ ਵੱਧ ਰਿਹਾ, ਜਿਹੜਾ ਚਿਹਰਾ ਅਨਾਉਂਸ ਨਹੀਂ ਕੀਤਾ ਜਾ ਰਿਹਾ, ਕਿਸੇ ਪੱਧਰ ਤੇ ਕੋਈ ਗੱਲ ਤੁਰਦੀ ਆ, ਇਹ ਸਵਾਲ ਵੱਡਾ ਹੈ। ਰਾਜਾ ਵੜਿੰਗ ਵੱਲੋਂ ਤਾਬੜਤੋੜ ਰੱਦ ਕੀਤੇ ਗਏ ਬੱਸਾਂ ਦੇ ਪਰਮਿਟ ਮਾਣਯੋਗ ਉੱਚ ਅਦਾਲਤ ਨੇ ਸਟੇ ਕਰਤੇ ਆ। ਮਤਲਬ ਰਾਜਾ ਵੜਿੰਗ ਦੀ ਫੂਕ ਕੱਢਤੀ ਹਾਈ ਕੋਰਟ ਨੇ। ਤੇ ਜਿਹੜੀ ਆਰਬਿਟ ਟਰਾਂਸਪੋਰਟ ਹੈ, ਬਾਦਲਾਂ ਦੀ ਟਰਾਂਸਪੋਰਟ ਕਿਹਾ ਜਾਂਦਾ ਉਹਨੂੰ, ਮੈਨੂੰ ਨਹੀਂ ਪਤਾ ਉਹ ਮੁਕੰਮਲ ਉਹਨਾਂ ਦੀ ਹੈ ਕਿ ਹਿੱਸੇਦਾਰ ਜ਼ਿਆਦਾ ਹੈ, ਖੈਰ ਪੰਜਾਬੀ ਜ਼ਿਆਦਾ ਮੇਰੇ ਨਾਲ ਜਾਣਦੇ ਆ, ਉਹਦੀਆਂ ਫੜੀਆਂ ਬੱਸਾਂ ਛੱਡਣ ਦੇ ਹੁਕਮ ਦੇ ਦਿੱਤੇ ਆ। ਹੁਣ ਵੇਖਣਾ ਇਹ ਆ ਕਿ ਇਹ ਸੱਚਮੁੱਚ ਗਲਤ ਹੋਇਆ ਜਾਂ ਫਿਰ ਮਾਣਯੋਗ ਉੱਚ ਅਦਾਲਤ ਵਿੱਚ ਪੰਜਾਬ ਦਾ ਕੇਸ ਚੱਜ ਨਾਲ ਨਹੀਂ ਰੱਖਿਆ ਗਿਆ। ਤੇ ਦੂਜੇ ਬੰਨੇ ਜਿਹੜੇ ਉਹਨਾਂ ਦੇ ਆਪਣੇ ਸ਼ਰੀਕ ਸੀ ਗਿੱਦੜਬਾਏ ਵਾਲੇ, ਡਿੰਪੀ ਢਿੱਲੋਂ ਨਹੀਂ, ਬੜੇ ਦਿਨਾਂ ਦੇ ਕੂਕ ਕੂਕ ਕੇ ਕਹਿੰਦੇ ਸੀ, ਉਹਨਾਂ ਤੇ ਸਾਰੇ ਹੀ ਰੱਦ ਕਰਤੇ ਸੀ। ਰਾਜਾ ਵੜਿੰਗ ਨੂੰ ਵੀ ਸਹਿਜ ਨਾਲ ਤੁਰਨ ਦੀ ਲੋੜ ਆ। ਕਿਤੇ ਕਾਂਗਰਸੀਆਂ ਦੀਆਂ ਚੱਲੀ ਜਾਂਦੀਆਂ ਤੇ ਕਾਲੀਆਂ ਦੀਆਂ ਬੰਦ ਕਰਤੀਆਂ, ਕਿਤੇ ਇਹ ਤਾਂ ਨਹੀਂ ਉੱਥੇ ਪਟੀਸ਼ਨ ਦੇ ਵਿੱਚ ਬੇਸ ਬਣਾ ਲਿਆ ਗਿਆ। ਤੇ ਤੀਜੇ ਬੰਨੇ ਜੇਕਰ ਤੁਸੀਂ ਥੋੜਾ ਜਿਹਾ ਅੱਗੇ ਵਧੋਗੇ, ਸੁਖਪਾਲ ਸਿੰਘ ਖਹਿਰਾ ਦੀ ਉਹ ਪਟੀਸ਼ਨ ਐਡਮਿਟ ਹੋ ਗਈ ਅਦਾਲਤ ਵਿੱਚ, ਜਿਹਦੇ ਵਿੱਚ ਈਡੀ ਤੇ ਉਹਨਾਂ ਨੇ ਗੰਭੀਰ ਇਲਜ਼ਾਮ ਲਾਏ ਆ ਤੇ ਈਡੀ ਨੂੰ ਸੰਮਨ ਕਰ ਲਿਆ ਅਦਾਲਤ ਨੇ। ਪੰਜਾਬ ਦੀ ਰਾਜਨੀਤੀ ਟੇਢੀ ਮੇਢੀ ਆ। ਸੁਖਬੀਰ ਸਿੰਘ ਬਾਦਲ ਕਹਿੰਦੇ ਆ ਇਹ ਦੋਨੇ ਹੀ ਆਮ ਆਦਮੀ ਹੈ ਨਹੀਂ, ਇਹ ਨਕਲੀ ਆਮ ਆਦਮੀ ਨੇ, ਕੇਜਰੀਵਾਲ ਤੇ ਚੰਨੀ। ਤੇ ਮੈਨੂੰ ਸ਼ੁਰੂ ਤੋਂ ਦੱਸਿਓ ਵੀ ਸਿੱਧੂ ਨੂੰ ਲੈ ਕੇ ਕੇਜਰੀਵਾਲ ਦੇ ਮਨ 'ਚ ਜਿਹੜਾ ਸੌਫਟ ਕਾਰਨਰ ਹੈ, ਪਿਆਰ ਜਿਹਾ ਉਮੜਿਆ, ਇਹ ਪਿਆਰ ਰਸਮੀ ਆ, ਵਕਤੀ ਆ, ਪੁਰਾਣੀ ਕੋਈ ਸਾਂਝ ਚੀਜ਼ ਕਸਕ ਹੈ, ਜਾਂ ਫਿਰ ਭਵਿੱਖ ਦੀ ਕੋਈ ਰਾਜਨੀਤੀ ਆ? ਆਉਂਦੇ ਦਿਨਾਂ ਦੀ ਗਲਵਕੜੀ ਦੀ ਪਹਿਲੋਂ ਸੁਗੰਧ ਆਈ ਜਾਂਦੀ ਹੈ। ਰੰਧਾਵਾ ਜੀ, ਕੇਜਰੀਵਾਲ ਨੂੰ ਆਪਾਂ ਜਦ ਡਿਸਕਸ ਕਰਦੇ ਆ ਜਾਂ ਕੇਜਰੀਵਾਲ ਦੇ ਬਾਰੇ 'ਚ ਗੱਲ ਕਰਦੇ ਆ ਤੇ ਅਸੀਂ ਇਹ ਕਹਿੰਦੇ ਆ ਹਜੇ ਪੋਲਿਟਿਕਸ ਦੇ ਵਿੱਚ ਨਵਾਂ ਹੈ, ਇਹ ਹੋਰ ਘਾਗ ਪੋਲੀਟੀਸ਼ੀਅਨ ਵਰਗਾ ਪੋਲੀਟੀਸ਼ੀਅਨ ਨਹੀਂ ਹੈਗਾ। ਪਰ ਜਿਹੜੀ ਗੱਲ ਸਿੱਧੂ ਦੀ ਤਾਰੀਫ ਕਰਕੇ ਉਹਨਾਂ ਨੇ ਕੀਤੀ ਹੈ, ਉਹ ਆਪਣੇ ਆਪ ਵਿੱਚ ਇੱਕ ਵੱਡੇ ਸ਼ਾਤਿਰ ਪੋਲੀਟੀਸ਼ੀਅਨ ਵਰਗਾ ਕੀਤੀ ਹੈ। ਜੇ ਸਿੱਧੂ ਹੋਣਾ ਔਰ ਚੰਨੀ ਹੋਣਾ ਇੱਕ ਸਟੇਜ ਤੇ ਨਜ਼ਰ ਆਉਂਦੇ ਹੈ ਪਰ ਇੱਕ ਪੇਜ ਤੇ ਨਜ਼ਰ ਨਹੀਂ ਆਉਂਦੇ, ਇਸ ਗੱਲ ਦੇ ਉੱਤੇ ਹਮਲਾ ਕੇਜਰੀਵਾਲ ਵੀ ਕਰਦੇ ਨੇ। ਜਦ ਇਹ ਕਹਿੰਦੇ ਨੇ ਕਿ ਚੰਨੀ ਹੋਣਾ ਕਹਿੰਦੇ ਨੇ ਰੇਤਾ 5 ਰੁਪਏ ਕਰਤਾ, ਨਾਲ ਹੀ ਸਿੱਧੂ ਖੜੇ ਹੋ ਕੇ ਕਹਿੰਦੇ ਨੇ ਵੀ ਝੂਠ ਬੋਲ ਰਿਹਾ ਹੈ, 22 ਰੁਪਏ ਹੈਗਾ। ਹੋਰ ਮੁੱਦਿਆਂ ਦੇ ਉੱਤੇ ਵੀ ਕਹਿੰਦਾ ਲਾਲੀਪੌਪ ਦੀ ਪੋਲਿਟਿਕਸ ਨਹੀਂ ਕਰਨ ਦੇਣੀ। ਯਾਨੀ ਇਹ ਗੱਲ ਕੇਜਰੀਵਾਲ ਉਹਨਾਂ ਨੂੰ ਸੂਟ ਕਰਦੀ ਹੈ। ਜਦ ਉਹ ਸਟੇਜਾਂ ਤੇ ਕਹਿੰਦੇ ਆ ਵੀ ਸਿੱਧੂ ਬੜਾ ਲੀਡਰ ਬੰਦਾ ਹੈ, ਉਹ ਆਪਣੇ ਮੁੱਖ ਮੰਤਰੀ ਨੂੰ ਕੱਟੀ ਜਾਂਦਾ ਹੈ। ਔਰ ਇਸ ਰਾਜਨੀਤੀ ਕਰਕੇ ਕਾਂਗਰਸ ਦੀ ਗੱਲਾਂ ਹਜੇ ਅੱਗੇ ਨਹੀਂ ਤੁਰ ਰਹੀ ਕਿ ਸਿੱਧੂ ਹੋਣਾ ਔਰ ਚੰਨੀ ਹੋਣਾ ਕੋਸ਼ਿਸ਼ ਕਰਦੇ ਆ ਸੇਮ ਪੇਜ ਤੇ ਆਉਣ ਦੀ, ਪਰ ਸਿੱਧੂ ਹੋਣਾ ਮਾਡਲ ਪੰਜਾਬ ਦੀ ਗੱਲ ਕਰਦੇ ਨੇ, ਚੰਨੀ ਹੋਣਾ ਉਹ ਫਰੀਬੀਜ਼ ਦੀ ਗੱਲ ਕਰਦੇ ਨੇ ਜਿਹੜੀ ਕੇਜਰੀਵਾਲ ਹੋਣਾ ਕਰਦੇ ਨੇ। ਯਾਨੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਸਿੱਧੂ ਹੋਣਾ ਗੱਲ ਦੋਨਾਂ ਦੀ ਨਿਖੇਧੀ ਕਰਦੇ ਨੇ ਬੇਸਿਕਲੀ, ਭਾਵੇਂ ਉਹ ਉਸ ਟਾਈਮ ਚੰਨੀ ਉਹਨਾਂ ਦੇ ਬਾਰੇ 'ਚ ਕਹਿ ਰਹੇ ਹੁੰਦੇ ਨੇ ਕਿ ਰੇਤਾ ਸਸਤੀ ਕਰ ਦੇਣੀ ਹੈ, ਫਲਾਨੀ ਚੀਜ਼ ਫ੍ਰੀ ਦੇ ਦੇਣੀ ਹੈ, ਪੈਸੇ ਕਿੱਥੋਂ ਲਿਆਓਗੇ, ਪੰਜਾਬ ਮਾਡਲ, ਮਾਫੀਆ ਖਤਮ ਕਰਨਾ ਹੈ। ਔਰ ਮਾਫੀਆ ਕਿੱਦਾਂ ਖਤਮ ਕਰਨਾ ਹੈ, ਇਹਦਾ ਬਲੂ ਪ੍ਰਿੰਟ ਕਹਿੰਦੇ ਮੇਰੇ ਕੋਲ ਤਿਆਰ ਹੈ, ਰੋਡ ਮੈਪ ਤਿਆਰ ਹੈ। ਉਹੀ ਗੱਲ ਕੇਜਰੀਵਾਲ ਉਹਨਾਂ ਕਹਿੰਦੇ ਨੇ। ਪਰ ਫ੍ਰੀਬੀਜ਼ ਦੀ ਰਾਜਨੀਤੀ ਉਹ ਕੇਜਰੀਵਾਲ, ਕਿਉਂਕਿ ਹਜੇ ਉਹ ਫਿਊਚਰ ਟ੍ਰੇਡਿੰਗ ਕਰ ਰਹੇ ਨੇ। ਪੋਲੀਟੀਕਲ ਫਿਊਚਰ ਟ੍ਰੇਡਿੰਗ ਇਹ ਹੁੰਦੀ ਹੈ ਵੀ ਜੇ ਗਰੰਟੀ ਤੁਹਾਨੂੰ ਦੇ ਦਿੱਤੀ, ਪ੍ਰੋਡਕਟ ਖਰੀਦੋਗੇ ਤਾਂ ਹੀ ਗਰੰਟੀ ਮਿਲੂਗੀ, ਜੇ ਤੁਸੀਂ ਪ੍ਰੋਡਕਟ ਹੀ ਨਹੀਂ ਖਰੀਦੋਗੇ ਤਾਂ ਗਰੰਟੀ ਕਾਹਦੀ। ਯਾਨੀ ਕੇਜਰੀਵਾਲ ਉਸ ਪ੍ਰੋਡਕਟ ਦੀ ਗਰੰਟੀ ਦੇ ਰਹੇ ਹੈ ਜਿਹੜਾ ਪ੍ਰੋਡਕਟ ਹਜੇ ਵਿਕਣਾ ਹੈ। ਔਰ ਚੰਨੀ ਉਹਨਾਂ ਉਸ ਗੱਲ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਦਾ ਪ੍ਰੋਡਕਟ ਤੇ ਚਲੋ ਮੁੱਖ ਮੰਤਰੀ ਤੇ ਉਹ ਬਣ ਗਏ, ਪਰ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਜਿੰਨੀ ਵੀ ਅਨਾਉਂਸਮੈਂਟ ਹਜੇ ਤੱਕ ਉਹਨਾਂ ਨੇ ਕੀਤੀ ਹੈ, ਉਹਦਾ ਇੰਪਲੀਮੈਂਟੇਸ਼ਨ ਕਿਸੇ ਜਗ੍ਹਾ ਨਜ਼ਰ ਨਹੀਂ ਆ ਰਿਹਾ। ਭਾਵੇਂ ਉਹ ਗੱਲ ਕਰਦੇ ਨੇ ਕਿ ਬਈ 50 ਰੁਪਏ ਅਰਬਨ ਏਰੀਆਜ਼ ਦੇ ਵਿੱਚ ਪਾਣੀ ਦਾ ਬਿੱਲ ਆਏਗਾ ਔਰ ਪੁਰਾਣੇ ਬਿੱਲ ਮਾਫ ਹੋਣਗੇ, ਉਹ ਹਜੇ ਤੱਕ ਮਾਫ ਨਹੀਂ ਹੋਏ।
ਲੋਕਾਂ ਨੂੰ ਉਹਦਾ ਹੀ ਬਿੱਲ ਜਾ ਰਹੇ ਨੇ। ਅਸੀਂ ਭਾਸਕਰ ਸਾਹਿਬ ਉਹਨਾਂ ਗੱਲਾਂ ਤੇ ਆਉਂਦੇ ਆ, ਲੇਕਿਨ ਉਸ ਤੋਂ ਪਹਿਲਾਂ ਜਿਹੜਾ ਅਸੀਂ ਬਿਲਕੁਲ ਸਟੀਕ ਮੁੱਦੇ ਤੇ ਆ ਕਿ ਨਵਜੋਤ ਸਿੰਘ ਸਿੱਧੂ ਸ਼ੱਕ ਦੇ ਘੇਰੇ 'ਚ ਆਉਂਦੇ ਰਿਹਾ ਜਦੋਂ ਉਹਨਾਂ ਦੀ ਸਿਫਤ ਕੇਜਰੀਵਾਲ ਕਰਦੇ ਆ। ਹੁਣ ਕੇਜਰੀਵਾਲ ਦੀ ਸਿਆਸਤ ਆਪਣੇ ਸ਼ਰੀਕਾਂ 'ਚ ਪਾੜ ਪਾਉਣ ਦੀ ਆ, ਜਾਂ ਕੇਜਰੀਵਾਲ ਰੂਹ ਤੋਂ ਬੋਲਦੇ ਆ, ਜਾਂ ਉਹ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਸਮਝਦੇ ਆ ਕਿ ਜੋ ਸਿੱਧੂ ਬੋਲ ਰਿਹਾ ਉਹਦੇ ਮੁਕਾਬਲੇ ਸਾਡੇ ਬੋਲ ਅਰਥ ਨਹੀਂ ਰੱਖ ਰਹੇ। ਉਹ ਸਿੱਧੂ ਲੋਕਾਂ ਨੂੰ ਚੰਗਾ ਲੱਗਦਾ ਇਹ ਕਹਿੰਦਾ ਜਦੋਂ ਸੱਚ ਬੋਲਦਾ, ਤੇ ਸਿੱਧੂ ਵਾਲੀ ਸ਼ੈਲੀ ਦੇ ਵਿੱਚ ਸਿੱਧੂ ਦੀ ਸਿਫਤ ਕਰ ਦਿਓ, ਲੋਕਾਂ ਦੇ ਵਿੱਚ ਮੇਰੀ ਵੀ ਗੱਲ ਚੰਗੇ ਤੇ ਸਾਫ਼ ਸੁਥਰੇ ਹੋਣ ਦੀ ਜਾਊਗੀ। ਇੱਕ ਪਹਿਲੂ ਤਾਂ ਇਹ ਆ। ਦੂਜੇ ਬੰਨੇ ਜੇ ਇਹਨੂੰ ਉਲਟਾ ਕੇ ਵੇਖੀਏ ਤਾਂ ਨਵਜੋਤ ਸਿੰਘ ਸਿੱਧੂ ਨੇ ਪਿੱਛੇ ਇਹ ਕਿਹਾ ਸੀ ਕਿ ਮੈਂ ਪ੍ਰਿਯੰਕਾ ਰਾਹੁਲ ਲਈ ਸਦਾ ਹੀ ਰਹੂੰਗਾ, ਮੈਂ ਹੋਰ ਕਿਤੇ ਨਹੀਂ ਜਾਣਾ, ਉਹਨਾਂ ਦੇ ਜੋ ਮਰਜ਼ੀ ਹੋ ਜੇ ਮੈਂ ਉਹਨਾਂ ਦੇ ਨਾਲ ਆ। ਹੁਣ ਇੱਕ ਪਾਸੇ ਕਾਂਗਰਸ ਪਾਰਟੀ ਉਹਦੀ ਅਨਸਰ ਦੀ ਲੋੜ ਆ ਕਿ ਉਹ ਆਮ ਆਦਮੀ ਦੇ ਨਜ਼ਰੀਏ ਤੋਂ ਚੰਨੀ ਨੂੰ ਅੱਗੇ ਵਧਾਉਣਗੇ, ਲੇਕਿਨ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਵੀ ਮੈਨੂੰ ਲੀਡ ਰੋਲ ਦਿਓ ਤਾਂ ਮੈਂ ਕਰਕੇ ਵਿਖਾਊ। ਔਰ ਪਿੱਛੇ ਵੀ ਉਹ ਜਦੋਂ 3 ਮੁੱਖ ਮੰਤਰੀ ਜਦੋਂ ਅਮਰਿੰਦਰ ਸਿੰਘ ਨੂੰ ਲਾਇਆ ਤੇ ਜਾਖੜ, ਰੰਧਾਵਾ ਤੇ ਫਿਰ ਚੰਨੀ ਤੱਕ ਆਉਂਦਿਆਂ ਉਹ ਰੁੱਸੇ ਰਹੇ। ਹੁਣ ਹਾਈ ਕਮਾਂਡ ਜੇ ਸਿੱਧੂ ਨੂੰ ਅੱਗੇ ਨਹੀਂ ਵਧਾਉਂਦੀ ਤੇ ਸਿੱਧੂ ਇੱਥੋਂ ਅੱਗੇ ਕਿਵੇਂ ਵਧਣਗੇ, ਬੜਾ ਵੱਡਾ ਸਵਾਲ ਆ ਇਹਦਾ ਕੋਈ ਜਵਾਬ ਕਿਸੇ ਕੋਲ ਨਹੀਂ। ਲੇਕਿਨ ਸਿੱਧੂ ਦੀ ਆਲੋਚਨਾਤਮਕ ਸ਼ੈਲੀ ਚੋਂ ਇਹ ਸਾਫ਼ ਦਿਸਦਾ ਹੈ ਕਿ ਜੇਕਰ ਉਹਦੀ ਗੱਲ ਨਹੀਂ ਮੰਨੀ ਜਾਂਦੀ ਤੇ ਉਹ ਕਾਂਗਰਸ ਦੇ ਪਲੇਟਫਾਰਮ ਤੇ ਕਿਉਂ ਰਹਿਣਗੇ। ਪਰ ਇਹ ਨਾਲ ਹੀ ਸਵਾਲ ਖੜਾ ਹੋ ਜਾਂਦਾ, ਉਹ ਤੇ ਕਹਿੰਦੇ ਮੈਂ ਆਪਣੇ ਮਰਨ ਤੱਕ ਕਾਂਗਰਸ 'ਚ ਆ ਤੇ ਮੈਂ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਨੂੰ ਛੱਡ ਨਹੀਂ ਸਕਦਾ। ਇੱਕ ਪਹਿਲੂ ਇਹ ਆ। ਦੂਜਾ ਪਹਿਲੂ ਇਹ ਆ ਕਿ ਪਿਛਲੀ ਵਾਰੀ 17 ਤੋਂ ਪਹਿਲਾਂ ਜਦੋਂ ਸਿੱਧੂ ਨੇ ਕੇਜਰੀਵਾਲ ਪਰਖ ਲਿਆ ਤੇ ਹੁਣ ਫਿਰ ਕੇਜਰੀਵਾਲ ਨੂੰ ਉਹ ਪਰਖਣ ਕਿਉਂ ਜਾਣਗੇ। ਕਹਿੰਦੇ ਕਾਠ ਦੀ ਹਾਂਡੀ ਸ਼ਾਇਦ ਕਹਿੰਦੇ ਹੁੰਦੇ ਬਾਰ-ਬਾਰ ਨਹੀਂ ਚੜ੍ਹਦੀ ਜ਼ਿਆਦਾ। ਤੇ ਇਹਦੇ ਤੇ ਮੈਨੂੰ ਜ਼ਰੂਰ ਟਿੱਪਣੀ ਦਿਓ ਕਿ ਇਹ 3 ਵਿਪਰੀਤ ਪਰਿਸਥਿਤੀਆਂ ਦੇ ਵਿੱਚ ਇਕੱਲਾ ਮਨੁੱਖ ਕਿਹੜੇ ਰਾਹ ਤੇ ਪਊਗਾ। ਜਦ ਕੇਜਰੀਵਾਲ ਇਸ ਗੱਲ ਤੋਂ ਇਨਕਾਰ ਕਰਦੇ ਨੇ ਕਿ ਮੈਂ ਮੁੱਖ ਮੰਤਰੀ ਦਾ ਚਿਹਰਾ ਚੋਣਾਂ ਦੇ ਨਜ਼ਦੀਕ ਜਾ ਕੇ ਦਊਂਗਾ, ਹਜੇ ਛੇਤੀ ਕਿਤੇ, ਕਿਉਂਕਿ ਹੋਰ ਪਾਰਟੀਆਂ ਨੇ ਵੀ ਮੁੱਖ ਮੰਤਰੀ ਦਾ ਚਿਹਰਾ ਹਜੇ ਨਹੀਂ ਐਲਾਨਿਆ, ਤੇ ਅਸੀਂ ਵੀ ਕੋਡ ਲੱਗਣ ਤੋਂ ਠੀਕ ਪਹਿਲੇ ਜਾਂ ਕੋਡ ਲੱਗਣ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਅਨਾਉਂਸ ਕਰਨਗੇ। ਸਿੱਧੂ ਉਹਨਾਂ ਦੀ ਉਹ ਤਾਰੀਫ ਕਰਦੇ ਨੇ। ਸਿੱਧੂ ਉਹਨਾਂ ਆਪਣੀ ਪਾਰਟੀ ਤੋਂ ਹੀ ਉਸ ਗੱਲ ਤੇ ਨਾਰਾਜ਼ ਨੇ ਕਿ ਉਹਨਾਂ ਦੇ ਪੰਜਾਬ ਮਾਡਲ ਨੂੰ ਉਹਨਾਂ ਦੀ ਆਪ ਦੀ ਪਾਰਟੀ ਬਹੁਤੀ ਤਵੱਜੋ ਨਹੀਂ ਦਿੰਦੀ। ਕੱਲ ਜਦੋਂ ਲੁਧਿਆਣੇ ਦੇ ਵਿੱਚ ਵੀ ਭਾਸ਼ਣ ਦੇ ਰਹੇ ਸੀਗੇ ਤੇ ਉਹ ਇੱਕ ਰਾਈਡਰ ਲਾਉਂਦੇ ਸੀ ਆਪਣੀ ਗੱਲ ਤੇ, ਜੇ ਕਿਤੇ ਮੇਰੀ ਪਾਰਟੀ ਮੈਨੂੰ ਅਲਾਓ ਕਰ ਦੇ ਪੰਜਾਬ ਮਾਡਲ ਵਾਸਤੇ ਤੇ ਮੈਂ ਪੰਜਾਬ ਮਾਡਲ ਤੇ ਖੜੂੰਗਾ। ਸਾਡਾ ਮੈਨੀਫੈਸਟੋ ਸਿਰਫ 13 ਪੁਆਇੰਟ ਦਾ ਹੋਏਗਾ, ਬਾਬੇ ਨਾਨਕ ਦਾ 13 ਹੀ 13। ਯਾਨੀ ਹਜੇ ਤੱਕ ਹਾਈ ਕਮਾਨ ਨੇ ਸਿੱਧੂ ਦੇ ਪੰਜਾਬ ਮਾਡਲ ਨੂੰ ਪ੍ਰਮਾਣ ਨਹੀਂ ਕੀਤਾ। ਇਹ ਸਿੱਧੂ ਉਹਨਾਂ ਆਪ ਕਹਿੰਦੇ ਨੇ ਜਦੋਂ ਕਹਿੰਦੇ ਨੇ ਜੇ ਕਿਤੇ। ਯਾਨੀ ਦੂਜੇ ਪਾਸੇ ਉਸ ਪੰਜਾਬ ਮਾਡਲ ਦਾ ਹੀ ਇੱਕ ਦੂਜਾ ਰੂਪ ਕੇਜਰੀਵਾਲ ਉਹਨਾਂ ਲੈ ਕੇ ਆ ਰਹੇ ਨੇ। ਭਾਵੇਂ ਸਿੱਧੂ ਕਾਂਗਰਸ ਦੀ ਸਟੇਜ ਤੇ ਖੜ ਕੇ ਇਹ ਗੱਲ ਕਹਿੰਦੇ ਨੇ ਕਿ ਮਾਫੀਆ ਨੂੰ ਖਤਮ ਕਰਕੇ ਆਪਾਂ ਜਿਹੜੇ ਵੀ ਫਰੀਬੀਜ਼ ਹੈਗੇ ਆ ਜਾਂ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਹੋਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਮਾਫੀਆ ਨੂੰ ਖਤਮ ਕਰਕੇ ਹੀ ਭਰਿਆ ਜਾ ਸਕਦਾ ਹੈ। ਔਰ ਕੇਜਰੀਵਾਲ ਇਹ ਕਹਿੰਦੇ ਨੇ ਕਿ ਜਦ ਸਿੱਧੂ ਉਹਨਾਂ ਇਹ ਗੱਲ ਕਹਿ ਰਹੇ ਸੀਗੇ ਉਸੇ ਟਾਈਮ ਸਟੇਜ ਤੇ ਰੇਤ ਮਾਫੀਆ ਬੈਠਾ ਸੀਗਾ। ਇਸ਼ਾਰਾ ਕਿਸ ਤਰਫ ਸੀਗਾ ਹਜੇ ਤੇ ਸਾਨੂੰ ਨਹੀਂ ਪਤਾ ਲੱਗਿਆ, ਪਰ ਸਮਝਣੇ ਵਾਲੇ ਸਮਝ ਜਾਂਦੇ ਨੇ। ਪਰ ਹੁਣ ਸੇਮ ਏਜੰਡਾ ਕੇਜਰੀਵਾਲ ਦਾ ਔਰ ਸਿੱਧੂ ਉਹਨਾਂ ਦਾ, ਸੇਮ ਏਜੰਡੇ ਨੂੰ ਅੱਗੇ ਤੋਰ ਰਹੇ ਨੇ। ਤੇ ਕੀ ਉਹ ਇੱਕ ਪਲੇਟਫਾਰਮ ਤੇ ਆ ਸਕਦੇ ਆ ਕਿ ਨਹੀਂ ਆ ਸਕਦੇ? ਅਸੀਂ ਉਸ ਗੱਲ ਨੂੰ ਨਕਾਰਨ ਵਾਸਤੇ ਸਿਰਫ ਬਿਆਨ ਦੀ ਗੱਲ ਕਰਦੇ ਹਾਂ ਕਿ ਸਿੱਧੂ ਉਹਨਾਂ ਸਟੇਜ ਤੋਂ ਕਹਿੰਦੇ ਨੇ ਮੈਂ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਨਾਲ ਸੀਗਾ, ਹੂੰ ਤੇ ਮਰਦੇ ਦਮ ਤੱਕ ਰਹੂੰਗਾ। ਇਸ ਕਰਕੇ ਉਹ ਕੇਜਰੀਵਾਲ ਦੀ ਪਾਰਟੀ ਜੁਆਇਨ ਨਹੀਂ ਕਰ ਸਕਦੇ। ਦੂਜੇ ਪਾਸੇ ਕੇਜਰੀਵਾਲ ਉਹਨਾਂ ਸਿੱਧੂ ਉਹਨਾਂ ਨੂੰ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ, ਇਹਦੇ ਬਾਰੇ 'ਚ ਵੀ ਡਾਊਟ ਹੁੰਦਾ, ਕਿਉਂਕਿ ਜਿਸ ਤਰੀਕੇ ਨਾਲ 2017 ਦੇ ਵਿੱਚ ਸਿੱਧੂ ਤੇ ਕੇਜਰੀਵਾਲ ਉਹਨਾਂ ਦੀ ਗੱਲ ਨਹੀਂ ਬਣੀ ਸੀ, ਮੁੱਦੇ ਅੱਜ ਵੀ ਉਹੀ ਤੇ ਉੱਥੇ ਖੜੇ ਨੇ। ਪਰ ਇਸ ਸਾਰੇ ਹਾਲਾਤ ਦੇ ਵਿੱਚ ਕਿਸੇ ਪਾਰਟੀ ਨੂੰ ਕਿੰਨਾ ਕੁ ਐਜ ਮਿਲ ਰਿਹਾ ਹੈ? ਉਹ ਲੱਗਦਾ ਹੈ ਕਿ 2 ਦਿਨ ਦੇ ਦੌਰੇ ਵਿੱਚ ਕੇਜਰੀਵਾਲ ਉਹਨਾਂ ਆਮ ਆਦਮੀ ਪਾਰਟੀ ਦਾ ਇੱਕ ਮਾਹੌਲ ਜਿਹਾ ਖੜਾ ਕਰ ਗਏ ਨੇ। ਕਿਉਂਕਿ ਜਿਸ ਤਰੀਕੇ ਨਾਲ ਕੱਲ ਆਟੋ ਵਾਲਿਆਂ ਨਾਲ ਉਹਨਾਂ ਦੀ ਸ਼ਾਮ ਨੂੰ ਮੀਟਿੰਗ ਹੋਈ ਔਰ ਉਸ ਤੋਂ ਪਹਿਲੇ ਸਵੇਰੇ ਚੰਨੀ ਉਹਨਾਂ ਆਟੋ ਵਾਲੇ ਇਕੱਠੇ ਕਰਕੇ ਚੌਂਕ ਤੇ ਬੈਂਚ ਤੇ ਬਹਿ ਕੇ ਉਹਨਾਂ ਦੀ ਸਮੱਸਿਆਵਾਂ ਨੂੰ ਸੁਣ ਰਹੇ ਸੀ ਔਰ ਕਹਿ ਰਹੇ ਸੀ ਵੀ ਜਾਓ ਤੁਹਾਡੇ ਹੋ ਗਏ ਚਲਾਨ ਮਾਫ। ਜਿੱਦਾਂ ਕੋਈ ਰੱਬ ਗਰੀਬ ਬੰਦੇ ਦੇ ਘਰ ਜਾਂਦਾ ਨਾ ਤੇ ਕਹਿੰਦਾ ਵੀ ਤੇਰੀ ਸਾਰੀ ਪ੍ਰੋਬਲਮ ਹੁਣ ਮੇਰੀ, ਉਦਾਂ ਦਾ ਕੁਝ ਬਿਹੇਵੀਅਰ ਚੰਨੀ ਉਹਨਾਂ ਨੇ ਆਟੋ ਵਾਲਿਆਂ ਦੀ ਮੀਟਿੰਗ ਵਿੱਚ ਕੀਤਾ ਸੀ। ਪਰ ਸ਼ਾਮ ਨੂੰ ਸ਼ਾਮ ਨੂੰ ਕੇਜਰੀਵਾਲ ਰੋਟੀ ਖਾਣ ਚਲੇ ਗਏ। ਇਹ ਵੀ ਦਿਲਚਸਪ ਆ।
ਹਾਂ ਲੇਕਿਨ ਮੈਂ ਫਿਰ ਮੈਂ ਮੁੜ ਕੇ ਉੱਥੇ ਰਹਿਣਾ ਚਾਹੁੰਦਾ। ਦੇਖੋ ਮੈਂ ਬਹੁਤ ਨਿੱਜੀ ਤੌਰ ਤੇ ਗੱਲ ਕਹਿ ਰਿਹਾ ਔਰ ਜ਼ਿੰਮੇਵਾਰੀ ਨਾਲ ਕਹਿ ਰਿਹਾ, ਜਦੋਂ ਨਵਜੋਤ ਸਿੰਘ ਸਿੱਧੂ ਨੇ ਐਤਕੀ ਅਸਤੀਫਾ ਦਿੱਤਾ ਸੀ, ਇਹ ਉਸ ਤੋਂ ਬਾਅਦ ਦੀ ਗੱਲ ਆ। ਮੇਰੀ ਉਹਨਾਂ ਨਾਲ ਲੰਬੀ ਚੌੜੀ ਟੈਲੀਫੋਨਿਕਲੀ ਗੱਲਬਾਤ ਹੋਈ ਸੀ, ਨਵਜੋਤ ਸਿੰਘ ਸਿੱਧੂ ਨਾਲ ਮੇਰੀ ਲੰਬੀ ਗੱਲਬਾਤ ਹੋਈ ਸੀ। ਉਹਦੇ ਵਿੱਚ ਉਹਨਾਂ ਨੇ ਮੈਨੂੰ ਸਾਫ਼ ਲਫ਼ਜ਼ਾਂ 'ਚ ਕਿਹਾ ਸੀ ਕਿ ਪ੍ਰਿਯੰਕਾ ਗਾਂਧੀ ਔਰ ਰਾਹੁਲ ਗਾਂਧੀ ਬਹੁਤ ਸੋਬਰ ਲੀਡਰ ਨੇ ਔਰ ਉਹ ਜੋ ਕਹਿੰਦੇ ਨੇ ਉਹਦੇ ਤੇ ਟਿਕੇ ਰਹਿੰਦੇ ਆ, ਤੇ ਉਹਨਾਂ ਨਾਲ ਗੱਲ ਕਰਕੇ ਕੰਮ ਕਰਕੇ ਸਵਾਦ ਆਉਂਦਾ ਹੈ। ਹੋਰ ਮੈਂ ਬਹੁਤ ਸਾਰੇ ਲੀਡਰਸ ਨਾਲ ਵਿਚਰਿਆ, ਮੈਨੂੰ ਉਹੋ ਜਿਹਾ ਮਜ਼ਾ ਕੰਮ ਕਰਨ ਦਾ ਨਹੀਂ ਆਇਆ ਜਿੰਨੀ ਉਹ ਗੱਲ ਨੂੰ ਸਮਝਦੇ ਆ ਤੇ ਸਮਝ ਕੇ ਹਾਮੀ ਭਰਦੇ ਆ। ਔਰ ਉਹ ਇੱਕ ਅੱਛੀ ਫੈਮਿਲੀ ਆ। ਇਹ ਉਸ ਫੈਮਿਲੀ ਦੀ ਅਗਲੀ ਪੀੜ੍ਹੀ ਦਾ ਜ਼ਿਕਰ ਕਰ ਰਹੇ ਆ, ਗਾਂਧੀ ਪਰਿਵਾਰ ਦੀ ਇਸ ਪੀੜ੍ਹੀ ਦਾ, ਕਿ ਮੈਂ ਉਹਨਾਂ ਨੂੰ ਨਹੀਂ ਦੇ ਸਕਦਾ ਧੋਖਾ। ਇਹ ਨਵਜੋਤ ਸਿੰਘ ਸਿੱਧੂ ਨੇ ਮੇਰੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ। ਹੁਣ ਦੂਜੇ ਬੰਨੇ ਸਵਾਲ ਇਸ ਤੋਂ ਵੀ ਵੱਡਾ ਹੈ ਕਿ ਦਿੱਲੀ ਆਧਾਰਿਤ ਇੱਕ ਬਹੁਤ ਪੁਰਾਣੇ ਪੋਲੀਟੀਸ਼ੀਅਨ, ਜਿਨ੍ਹਾਂ ਦਾ ਉਹਨਾਂ ਘੇਰਿਆਂ 'ਚ ਆਉਣਾ ਜਾਣਾ ਹੈ, ਜਿਨ੍ਹਾਂ ਦਾ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਦੇ ਵਿੱਚ ਦਖਲ ਹੈ, ਜਿਹੜੇ ਉਹਨਾਂ ਨਾਲ ਬਹਿ ਕੇ ਇੱਧਰ ਉੱਧਰ ਦੀਆਂ ਮਾਰ ਲੈਂਦੇ ਆ, ਉੱਥੋਂ ਇੱਕ ਖਬਰ ਨਿਕਲ ਕੇ ਆਉਂਦੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਬਹੁਤਾ ਪੇਸ਼ ਨਹੀਂ ਕੀਤਾ ਜਾਣਾ ਕਾਂਗਰਸ ਪਾਰਟੀ ਵੱਲੋਂ, ਸ਼ਾਇਦ ਉਹਨਾਂ ਨੂੰ ਚਿਹਰਾ ਨਾ ਬਣਾਇਆ ਜਾਵੇ। ਔਰ ਇਹ ਚਿਹਰਾ ਉਭਾਰਨ ਦੀ ਜਿਹੜੀ ਕਵਾਇਦ ਆ ਉਹ ਚੰਨੀ ਦੀ ਜ਼ਿਆਦਾ ਚੱਲਦੀ ਪਈ ਆ। ਤੇ ਇਸ ਸਥਿਤੀ ਦੇ ਵਿੱਚ ਜੇ ਕਿਤੇ ਕੇਜਰੀਵਾਲ ਨਾਲ ਸਿੱਧੂ ਚਲੇ ਜਾਂਦੇ ਆ, ਦੇਖੋ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਇਹ ਕੱਲ ਨੂੰ ਵਾਪਰਦਾ ਕਿ ਨਹੀਂ ਵਾਪਰਦਾ ਇਹਨੂੰ ਤੁਸੀਂ ਵਿਸ਼ਲੇਸ਼ਣ ਕਹਿ ਸਕਦੇ ਹੋ, ਇਹਨੂੰ ਤੁਸੀਂ ਕਿਸੇ ਦੀ ਆਪਣਾ ਬ੍ਰੇਨ ਚਾਈਲਡ ਕਹਿ ਸਕਦੇ ਹੋ ਵੀ ਕਿਸੇ ਦਾ ਖਿਆਲ ਹੈ। ਲੇਕਿਨ ਇਹ ਗੱਲ ਜਿਹੜੀ ਮੈਂ ਕਰ ਰਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਚਲੇ ਜਾਂਦੇ ਆ ਤਾਂ ਐਸੀ ਸਥਿਤੀ ਦੇ ਵਿੱਚ ਭਗਵੰਤ ਮਾਨ ਆਪਣੇ ਬਹੁਤ ਸਾਰੇ ਸਾਥੀਆਂ ਨਾਲ ਕਾਂਗਰਸ ਜੁਆਇਨ ਕਰ ਲੈਣਗੇ। ਇਹ ਇੱਕ ਟਿੱਪਣੀ ਆ ਇੱਕ ਐਸੇ ਸ਼ਖਸ ਦੀ, ਜਿਹੜਾ ਸ਼ਖਸ ਪੰਜਾਬ ਦੀ ਸਿਆਸਤ ਨੂੰ ਜਦੋਂ ਕਹਿੰਦਾ ਹੈ ਕੁਝ ਉਹ ਬੜਾ ਮੀਨਿੰਗਫੁਲ ਹੁੰਦਾ ਹੈ। ਤੇ ਇਹ ਗੱਲ ਦੇ ਵਿੱਚ ਵਜਨ ਵੀ ਹੈ ਕਿ ਜੇ ਖੁਦਾ ਨਾ ਖਾਸਤਾ ਕੇਜਰੀਵਾਲ ਨਾਲ ਨਵਜੋਤ ਸਿੰਘ ਸਿੱਧੂ ਚਿਹਰੇ ਵਜੋਂ ਅੱਗੇ ਵੱਧ ਜਾਂਦੇ ਆ ਆਉਂਦੇ 1.5 ਮਹੀਨੇ 'ਚ, ਜਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਜੇ ਸਮਝ ਲਈਏ ਜੇ ਸਿੱਧੂ ਨੂੰ ਕਾਂਗਰਸ ਪੇਸ਼ ਨਹੀਂ ਕਰਦੀ ਬਤੌਰ ਮੁੱਖ ਮੰਤਰੀ, ਤਾਂ ਸਿੱਧੂ ਕੇਜਰੀਵਾਲ ਉਹਨਾਂ ਨੂੰ ਪੇਸ਼ ਕਰਨ ਦੀ ਆਫਰ ਦੇ ਦਿੰਦੇ ਆ, ਸਿੱਧੂ ਉਧਰ ਚਲੇ ਜਾਂਦੇ ਆ, ਤਾਂ ਭਗਵੰਤ ਮਾਨ ਦਾ ਪਾਰਟੀ ਵਿੱਚ ਕੋਈ ਸਥਾਨ ਨਹੀਂ ਹੋਊਗਾ ਜਾਂ ਭਗਵੰਤ ਮਾਨ ਪਾਰਟੀ ਛੱਡ ਜਾਣਗੇ। ਇਹ ਵੀ ਕਿਆਸ ਰਾਈਆਂ ਨੇ, ਲੇਕਿਨ ਸਿਆਸਤ ਆ, ਇਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਸਾਨੂੰ ਇਹ ਗੱਲ ਭਗਵੰਤ ਮਾਨ ਨੇ ਕਹੀ ਆ ਜਾਂ ਸਾਨੂੰ ਕਿਸੇ ਨੇ ਕਹੀ ਆ, ਬਿਲਕੁਲ ਨਹੀਂ। ਇਹ ਇੱਕ ਕਿਆਸ ਰਾਈ ਹੈ ਕਿ ਭਗਵੰਤ ਛੱਡ ਸਕਦੇ ਆ ਜੇ ਸਿੱਧੂ ਜਾਣਗੇ। ਕੀ ਕਹਿੰਦੇ ਹੋ? ਬਿਲਕੁਲ ਠੀਕ ਕਹਿ ਰਹੇ ਹੋ। ਜਿਸ ਤਰੀਕੇ ਨਾਲ ਭਗਵੰਤ ਉਹਨਾਂ ਆਪਣੀ ਹੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸੀਗੇ, ਔਰ ਇੱਥੇ ਤੱਕ ਕਿ ਅਖਬਾਰਾਂ ਦੇ ਵਿੱਚ ਔਰ ਮੀਡੀਆ ਦੇ ਵਿੱਚ ਖਬਰਾਂ ਆਈ ਸੀ ਕਿ ਉਹਨਾਂ ਨੇ ਕੇਜਰੀਵਾਲ ਉਹਨਾਂ ਨੂੰ ਸਾਫ਼-ਸਾਫ਼ ਇਹ ਗੱਲ ਕਹਿ ਦਿੱਤੀ ਹੈ, ਜੇ ਕਿਤੇ ਤੁਸੀਂ ਮੁੱਖ ਮੰਤਰੀ ਦੇ ਕੈਂਡੀਡੇਟ ਹੋਏ ਤਾਂ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ, ਲੇਕਿਨ ਅਗਰ ਕਿਸੇ ਹੋਰ ਨੂੰ ਪੰਜਾਬ ਦੇ ਵਿੱਚ ਮੇਰੇ ਉੱਤੇ ਲਿਆ ਕੇ ਬਿਠਾਇਆ ਤੇ ਸ਼ਾਇਦ ਮੈਨੂੰ ਮਨਜ਼ੂਰ ਨਹੀਂ ਹੋਏਗਾ। ਔਰ ਇਹ ਗੱਲਾਂ ਤੁਰਦੀ ਅੱਜ ਉੱਥੇ ਖੜੀ ਹੈ ਕਿ ਜਿਹੜੀ ਗੱਲਾਂ ਆਪਾਂ ਕਰ ਰਹੇ ਹਾਂ ਕਿ ਜਿੱਦਾਂ ਸਿੱਧੂ ਉਹਨਾਂ ਨੂੰ ਅਗਰ ਕਾਂਗਰਸ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਨਹੀਂ ਕਰਦੀ ਔਰ ਭਗਵੰਤ ਮਾਨ ਉਹਨਾਂ ਨੂੰ ਆਪ ਮੁੱਖ ਮੰਤਰੀ ਵਜੋਂ ਪ੍ਰੋਜੈਕਟ ਨਹੀਂ ਕਰਦੀ, ਤੇ ਇਹ ਦੋਨੋਂ ਨਾ ਪ੍ਰੋਜੈਕਟ ਹੋਣ ਵਾਲੇ ਮੁੱਖ ਮੰਤਰੀ ਆਪਸ ਵਿੱਚ ਅੱਟੀ ਵੱਟਾ ਕਰਕੇ ਉਹ ਇੱਧਰ ਤੇ ਉਹ ਉੱਧਰ, ਪਰ ਉੱਧਰ ਵੀ ਭਗਵੰਤ ਮਾਨ ਉਹਨਾਂ ਨੂੰ ਕੋਈ ਮੁੱਖ ਮੰਤਰੀ ਦੀ ਚਿਹਰੇ ਦੇ ਵੱਲੋਂ ਭੇਜਿਆ ਨਹੀਂ ਜਾ ਸਕਦਾ। ਇਸ ਡੀਲ ਦੇ ਵਿੱਚ ਭਗਵੰਤ ਮਾਨ ਨੂੰ ਫਿਰ ਨੁਕਸਾਨ ਹੈਗਾ। ਪਰ ਚਲੋ ਸਿੱਧੂ ਉਹਨਾਂ ਨੂੰ ਅਗਰ ਇਹ ਡੀਲ ਹੋ ਵੀ ਜਾਂਦੀ ਹੈ, ਅੱਟੋ ਵੱਟੀ ਹੋ ਵੀ ਜਾਂਦੀ ਹੈ, ਤੇ ਉਹਦੇ ਵਿੱਚ ਸਿੱਧੂ ਉਹਨਾਂ ਨੂੰ ਜ਼ਰੂਰ ਫਾਇਦਾ ਹੋ ਸਕਦਾ ਹੈ, ਕਿਉਂਕਿ ਸਿੱਧੂ ਉਹਨਾਂ ਦਾ ਏਜੰਡਾ ਔਰ ਕੇਜਰੀਵਾਲ ਉਹਨਾਂ ਦਾ ਏਜੰਡਾ ਤਕਰੀਬਨ ਮੈਚ ਕਰਦਾ ਹੈ। ਪਰ ਭਗਵੰਤ ਮਾਨ ਉਹਨਾਂ ਦਾ ਏਜੰਡਾ, ਜਿਸ ਏਜੰਡੇ ਦੀ ਗੱਲ ਉਹ ਆਮ ਆਦਮੀ ਪਾਰਟੀ ਦੀ ਸਟੇਜਾਂ ਤੋਂ ਕਰਦੇ ਰਹੇ ਨੇ, ਉਹ ਕਿਸੇ ਨਾ ਕਿਸੇ ਜਗ੍ਹਾ ਕਾਂਗਰਸ ਦੇ ਏਜੰਡੇ ਨਾਲ ਮੈਚ ਨਹੀਂ ਕਰਦਾ। ਤੇ ਇਹ ਰਿਸਕ ਭਗਵੰਤ ਮਾਨ ਉਹਨਾਂ ਲੈਣਗੇ ਜਾਂ ਨਹੀਂ ਲੈਣਗੇ, ਇਹ ਵੀ ਹਜੇ ਬੜੀ ਸੋਚਣ ਵਾਲੀ ਤੇ ਦੇਖਣ ਵਾਲੀ ਗੱਲ ਹੈਗੀ। ਇਹਦੇ ਚ ਤੁਸੀਂ ਬਹੁਤ ਪਿਆਰੀ ਗੱਲ ਕੀਤੀ ਹੈ, ਇਹ ਸੱਚ ਆ। ਦੇਖੋ ਇਹ ਸੱਚ ਹੈ ਕਿ ਭਗਵੰਤ, ਵੈਸੇ ਤਾਂ ਸਿਆਸਤ ਵਿੱਚ ਕੁਝ ਵੀ ਸੰਭਵ ਹੈ, ਇਹ ਚ ਕੋਈ ਦੋ ਰਾਵਾਂ ਨਹੀਂ, ਸਾਰੇ ਹੀ ਕਹਿੰਦੇ ਆ ਕਿ ਸਿਆਸਤ ਸੰਭਾਵਨਾਵਾਂ ਦੀ ਗੇਮ ਹੈ। ਲੇਕਿਨ ਇਹ ਵੀ ਸੱਚ ਹੈ ਕਿ ਇੱਕ ਵਿਅਕਤੀ ਜਿਹੜਾ 24 ਤੱਕ ਮੈਂਬਰ ਪਾਰਲੀਮੈਂਟ ਆ, ਉਹ ਆਪਣੀ ਸੀਟ ਕਿਉਂ ਛੱਡੇਗਾ? ਦੂਜੇ ਬੰਨੇ ਜਦੋਂ ਉਹਨੂੰ ਹੋਰ ਇਸ ਤੋਂ ਵੱਡਾ ਅਹੁਦਾ ਮਿਲਣ ਦੀ ਸੰਭਾਵਨਾ ਕੋਈ ਨਹੀਂ। ਹੁਣ ਜੇਕਰ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ 'ਚ ਆ ਜਾਂਦਾ ਤੇ ਕਾਂਗਰਸ ਦੀਆਂ ਸੰਭਾਵਨਾਵਾਂ ਸਰਕਾਰ ਬਣਾਉਣ ਦੀਆਂ ਵੈਸੇ ਘਟ ਜਾਂਦੀਆਂ, ਤੇ ਜੇ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਘਟਦੀਆਂ ਤੇ ਘੱਟ ਸੰਭਾਵਨਾ ਵਾਲੀ ਗੇਮ ਦੇ ਵਿੱਚ ਭਗਵੰਤ ਮਾਨ ਛਾਲ ਕਿਉਂ ਮਾਰਨਗੇ? ਤਾਂ ਇੱਕ ਪਹਿਲੂ ਸੀ ਜਿਹੜਾ ਅਸੀਂ ਵਿਚਾਰਨ ਲਈ ਅੱਗੇ ਰੱਖਿਆ। ਚਲੋ ਹੁਣ ਇੱਥੇ ਜੇ ਵਿਰਾਮ ਦੇ ਲਈ ਕੁਝ ਪਲ ਲਈ ਕਿ ਇਹ ਗੇਮ ਅਗਲੇ ਦਿਨਾਂ 'ਚ ਹੋਰ ਖੁੱਲ ਜਾਊਗੀ,
ਜਦੋਂ ਕਾਂਗਰਸ ਪਾਰਟੀ ਫੈਸਲਾਕੁੰਨ ਹੋਊਗੀ ਟਿਕਟਾਂ ਨੂੰ ਲੈ ਕੇ, ਕੰਪੇਨ ਕਮੇਟੀ ਨੂੰ ਲੈ ਕੇ ਜਾਂ ਹੋਰ ਕਮੇਟੀਆਂ ਜਿਹੜੀਆਂ ਬਣਨੀਆਂ, ਉਦੋਂ ਵੇਖਣਾ ਹੋਊਗਾ ਕਿ ਸਿੱਧੂ ਨੂੰ ਨੁਮਾਇੰਦਗੀ ਕਿੰਨੀ ਮਿਲਦੀ ਆ ਔਰ ਕਿੰਨੇ ਕੋ ਸੰਤੁਸ਼ਟ ਰਹਿੰਦੇ ਆ। ਦੂਜੇ ਬੰਨੇ ਭਗਵੰਤ ਮਾਨ ਅਜੇ ਤੱਕ, ਕਿਉਂਕਿ ਕੇਜਰੀਵਾਲ ਨੇ ਇਹ ਤਾਂ ਕਹਿਤਾ ਵੀ ਮੈਂ ਤਾਂ ਬਈ ਚਿਹਰਾ ਨਹੀਂ ਜੇ, ਸੋ ਦੂਜਾ ਚਿਹਰਾ ਉਹ ਕਿਹੜਾ ਲਿਆਉਣਾ ਚਾਹ ਰਿਹਾ ਭਗਵੰਤ ਮਾਨ ਦਾ ਨਾਂ ਲੈ ਕੇ, ਅਜੇ ਤੱਕ ਉਹਨਾਂ ਨੇ ਇੱਕ ਵਾਰੀ ਵੀ ਇਸ ਤਰ੍ਹਾਂ ਦਾ ਸੰਕੇਤ ਨਹੀਂ ਦਿੱਤਾ ਕਿ ਭਗਵੰਤ ਸਾਡੇ ਚਿਹਰੇ ਬਤੌਰ ਮੁੱਖ ਮੰਤਰੀ ਹੋਣਗੇ। ਸੋ ਭਗਵੰਤ ਮਾਨ ਦੀ ਮਾਯੂਸੀ ਤਾਂ ਦੇਖਿਆ ਹੀ ਬਣਦੀ ਹੈ, ਕਿਉਂਕਿ ਉਹ ਉਨੇ ਸਰਗਰਮੀ ਨਾਲ ਰੈਲੀਆਂ ਨਹੀਂ ਕਰ ਰਹੇ, ਹਲਕਿਆਂ 'ਚ ਨਹੀਂ ਜਾ ਰਹੇ ਜਿੱਦਾਂ ਉਹ ਜਾਂਦੇ ਹੁੰਦੇ ਆ। ਸੋ ਭਾਸਕਰ ਸਾਹਿਬ, ਅਸੀਂ ਇਸ ਤੋਂ ਅੱਗੇ ਵਧੀਏ ਤੇ ਰਾਜਾ ਵੜਿੰਗ ਨੂੰ ਬੜਾ ਵੱਡਾ ਝਟਕਾ ਲੱਗਿਆ। ਮਾਣਯੋਗ ਉੱਚ ਅਦਾਲਤ ਨੇ ਉਹਨਾਂ ਵੱਲੋਂ ਰੱਦ ਕੀਤੇ ਸਾਰੇ ਰੂਟ ਪਰਮਿਟ ਬਹਾਲ ਕਰਤੇ, ਉਹਨਾਂ ਦਾ ਜਿਹੜੇ ਉਹਨਾਂ ਨੇ ਰੱਦ ਕੀਤੇ ਸੀ ਉਹਨਾਂ ਨੂੰ ਸਟੇ ਕਰਤਾ, ਮਤਲਬ ਸਟੇਟਸ ਕੋ ਜਿਹੜੀ ਪਹਿਲਾਂ ਚੱਲਦੀਆਂ ਸੀ ਜਿਵੇਂ ਉਵੇਂ ਚੱਲੀ ਜਾਣਗੀਆਂ। ਦੂਜੇ ਬੰਨੇ ਆਰਬਿਟ ਦੀਆਂ ਸਾਰੀਆਂ ਬੱਸਾਂ ਛੱਡਣ ਦਾ ਹੁਕਮ ਦਿੱਤਾ ਹੈ। ਸੋ ਐਸੀ ਸਥਿਤੀ ਦੇ ਵਿੱਚ ਇਹ ਦੇਖਣਾ ਬਣਦਾ ਹੈ ਕਿ ਜਦੋਂ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਹੋ ਚੁੱਕੀ ਆ ਤੇ ਜਿਹੜਾ ਸਾਡਾ ਕਾਨੂੰਨ ਵਿਭਾਗ ਹੈ ਪੰਜਾਬ ਸਰਕਾਰ ਦਾ, ਉਹ ਇੱਕ ਕੰਮ ਕਰਦੇ ਮੰਤਰੀ ਨੂੰ ਸਪੋਰਟ ਕਿਉਂ ਨਹੀਂ ਕਰ ਸਕਿਆ, ਜਾਂ ਮੰਤਰੀ ਦੇ ਫੈਸਲੇ ਗਲਤ ਸੀ? ਇਹਦੇ ਤੇ ਕੀ ਕਹੋਗੇ? ਦੇਖੋ, ਜਿਸ ਤਰੀਕੇ ਨਾਲ ਰਾਜਾ ਵੜਿੰਗ ਉਹਨਾਂ ਨੇ ਬੱਸਾਂ ਦੇ ਉੱਤੇ ਐਕਸ਼ਨ ਲੈਣਾ ਸ਼ੁਰੂ ਕੀਤਾ ਸੀਗਾ, ਉਹਦੇ ਵਿੱਚ ਕਈ ਵਾਰ ਆਰੋਪ ਲੱਗਦੇ ਸੀ ਡਿਸਕ੍ਰਿਮੀਨੇਸ਼ਨ ਦੇ, ਯਾਨੀ ਤੁਸੀਂ ਪੱਖਪਾਤ ਕਰ ਰਹੇ ਹੋ ਕਿ ਜੋ ਬੱਸਾਂ ਬਾਦਲਾਂ ਦੀ ਜਾਂ ਬਾਦਲਾਂ ਦੇ ਨੇੜੇ ਵਾਲਿਆਂ ਦੀ ਹੈਗੀ ਹੈ, ਐਕਸ਼ਨ ਸਿਰਫ ਉਹਨਾਂ ਤੇ ਹੋ ਰਿਹਾ ਹੈ। ਮਨਪ੍ਰੀਤ ਬਾਦਲ ਉਹਨਾਂ ਦੀ ਵੀ ਬੱਸਾਂ ਸੀ, ਮਨਪ੍ਰੀਤ ਬਾਦਲ ਉਹਨਾਂ ਨੇ ਆਪ ਐਡਮਿਟ ਕੀਤਾ ਸੀਗਾ ਮੈਂ ਟੈਕਸ ਨਹੀਂ ਭਰ ਪਾਇਆ, ਮੈਂ ਭਰ ਦੂੰਗਾ, ਪਰ ਉਹਦੇ ਉੱਤੇ ਕੋਈ ਐਦਾਂ ਦਾ ਇੰਪਾਊਂਡ ਵਾਲਾ ਐਕਸ਼ਨ ਨਹੀਂ ਹੋਇਆ। ਹੋਰ ਵੀ ਕਈ ਪਲੇਅਰ ਸੀਗੇ, ਹੁਣ ਜਲੰਧਰ ਦੇ ਹੀ ਦੋ ਵੱਡੇ ਜਿਹੜੇ ਪਲੇਅਰ ਹੈਗੇ ਨੇ ਖਾਸ ਕਰਕੇ ਟਰਾਂਸਪੋਰਟ ਬਿਜ਼ਨਸ ਦੇ ਵਿੱਚ, ਅਵਤਾਰ ਹੈਨਰੀ ਉਹਨਾਂ ਤੇ ਸਮਰਾ ਸਾਹਿਬ, ਉਹਨਾਂ ਦੀ ਕਿਸੇ ਬੱਸ ਦੇ ਉੱਤੇ ਕੋਈ ਬਹੁਤਾ ਐਕਸ਼ਨ ਹਜੇ ਤੱਕ ਨਹੀਂ ਹੋਇਆ ਸੀ। ਤੇ ਇਹ ਗੱਲ ਲੱਗਦੀ ਤੇ ਸੀਗੀ, ਭਾਵੇਂ ਰਾਜਾ ਵੜਿੰਗ ਉਹਨਾਂ ਅਖਬਾਰਾਂ ਦੀ ਸੁਰਖੀਆਂ ਤੇ ਕਮਾ ਰਹੇ ਸੀਗੇ, ਪਰ ਉਹ ਸੁਰਖੀਆਂ ਦੇ ਵਿੱਚ ਬਾਦਲਕਿਆਂ ਦੇ ਮਗਰ ਹੁੰਦੇ ਸੀਗੇ ਕਿ ਵੀ ਆਹ ਬੱਸਾਂ ਅੰਦਰ ਕਰਤੀ, 2 ਤੋਂ 2000 ਹੋ ਗਈ, 2 ਤੋਂ 4000 ਹੋ ਗਈ। ਪਰ ਜਦ ਡਿਸਕ੍ਰਿਮੀਨੇਟਰੀ ਐਕਸ਼ਨ ਹੁੰਦਾ ਹੈ, ਯਾਨੀ ਤੁਸੀਂ ਪੱਖਪਾਤ ਵਰਗਾ ਤੇ ਤਰੀਕੇ ਨਾਲ ਕੋਈ ਐਕਸ਼ਨ ਲੈਂਦੇ ਹੋ, ਤੇ ਕੋਰਟਾਂ ਦੇ ਵਿੱਚ ਉਹ ਉਹਦੇ ਮੂੰਹ ਪੈ ਹੀ ਜਾਂਦੇ ਹੁੰਦੇ ਆ। ਪਰ ਚਲੋ ਹਜੇ ਕੋਰਟ ਦੀ ਆਪਾਂ ਸਟੇ ਆਰਡਰ ਦਾ ਪੂਰਾ ਪੜਿਆ ਨਹੀਂ ਕਿ ਕਿਸ ਆਧਾਰ ਦੇ ਉੱਤੇ ਉਹ ਸਟੇ ਆਰਡਰ ਮਿਲਿਆ। ਕਈ ਵਾਰ ਆਧਾਰ ਇਹ ਵੀ ਹੁੰਦੇ ਨੇ ਕਿ ਵੀ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਇਹ ਕਮੀ ਹੈਗੀ ਹੈ ਤੇ ਇਹਨਾਂ ਨੂੰ ਮੁਹਲਤ ਦਿੱਤੀ ਜਾਵੇ, ਟੈਕਸ ਜਮ੍ਹਾਂ ਕਰਾਉਣ ਵਾਸਤੇ ਥੋੜਾ ਟਾਈਮ ਦਿੱਤਾ ਜਾਵੇ, ਪਰ ਸਟੇ ਤੇ ਸਟੇ ਹੀ ਹੁੰਦਾ ਹੈ। ਫਿਲਹਾਲ ਆਪਣੀ ਰਫ਼ਤਾਰ ਦੇ ਉੱਤੇ ਰਾਜਾ ਵੜਿੰਗ ਉਹਨਾਂ ਨੂੰ ਬ੍ਰੇਕ ਲਾਣੀ ਪਏਗੀ। ਪਰ ਭਾਸਕਰ ਸਾਹਿਬ, ਇੱਕ ਅਹਿਮ ਸਵਾਲ ਆ ਕਿ ਜੇਕਰ ਸੱਚਮੁੱਚ ਕੁਝ ਬੇਨਿਯਮੀਆਂ ਹੋਈਆਂ ਤਾਂ ਤੁਸੀਂ ਕੁਝ ਕਮਿਸ਼ਨ ਕਨਸਟੀਟਿਊਟ ਕਰ ਸਕਦੇ ਸੀਗੇ, ਤੁਸੀਂ ਕੋਈ ਸਮਾਬੱਧ ਜਾਂਚ ਕਰਾ ਸਕਦੇ ਸੀ। ਪਿਛਲੇ 10-15 ਸਾਲਾਂ 'ਚ ਜਿਹੜੇ ਰੂਟ ਪਰਮਿਟ ਦਿੱਤੇ ਗਏ ਆ ਔਰ ਉਹਨਾਂ ਦਾ ਤਰੀਕਾਕਾਰ ਕੀ ਸੀਗਾ, ਆਮ ਲੋਕਾਂ 'ਚ ਕਿਉਂ ਨਹੀਂ ਮਿਲੇ, ਮੋਨੋਪਲੀਆਂ ਕਿਉਂ ਬਣੀਆਂ, ਇੱਕੋ ਹੀ ਟਰਾਂਸਪੋਰਟਾਂ ਨੂੰ ਕਿਵੇਂ ਮਿਲਦੇ ਗਏ, ਟਰਾਂਸਪੋਰਟ ਇੱਕ ਤੋਂ ਦੂਜੇ ਨੂੰ ਕਿਵੇਂ ਸ਼ਿਫਟ ਹੋ ਗਈ, ਛੋਟੀਆਂ ਟਰਾਂਸਪੋਰਟ ਵੱਡੀਆਂ ਨੇ ਕਿਵੇਂ ਖਾ ਲੀਆਂ, ਵੱਡੇ ਮਗਰਮੱਛ ਛੋਟੀਆਂ ਨੂੰ ਕਿਵੇਂ ਹੜੱਪ ਕਰ ਗਏ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੇ ਮੋਨੋਪਲੀ ਤੋੜਨ ਲਈ ਅੱਜ ਕੱਲ੍ਹ ਤਾਂ ਇਹ ਯੂਰਪ ਦੇ ਵਿੱਚ, ਖਾਸ ਤੌਰ ਤੇ ਅਮਰੀਕਾ ਮਹਾਂਦੀਪ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਹੈ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਉੱਤੇ ਪਟੀਸ਼ਨਾਂ ਪਈਆਂ ਵੱਖ-ਵੱਖ ਸਟੇਟਾਂ 'ਚ ਕਿ ਕੰਪੀਟੀਸ਼ਨ ਨੂੰ ਇਹ ਸੱਟ ਮਾਰਦੇ ਆ, ਇਹਨਾਂ ਦੀ ਮੋਨੋਪਲੀ ਹੋਣ ਨਾਲ ਆਮ ਲੋਕਾਂ ਨੂੰ ਬਿਜ਼ਨਸ ਦੇ ਵਿੱਚ ਅੱਗੇ ਵਧਣ 'ਚ ਮੁਸ਼ਕਲ ਆਉਂਦੀ ਆ। ਸੋ ਇਹ ਤਰੀਕਾਕਾਰ ਬਣਾਇਆ ਜਾ ਸਕਦਾ ਸੀ। ਮੈਨੂੰ ਲੱਗਦਾ ਕਾਹਲ ਦੇ ਵਿੱਚ ਕੀਤੇ ਕੰਮ ਹਮੇਸ਼ਾ ਰਾਹ ਰੋਕ ਤਾਂ ਖੜਦੇ ਹੀ ਆ। ਰਾਜਾ ਵੜਿੰਗ ਦੇ ਇਹ ਸਾਰੇ ਜਿੰਨੇ ਵੀ ਹੁਣ ਤੱਕ ਦੇ ਬਣੇ ਹੋਏ ਇਮੇਜ ਸੀ, ਅਕਸ ਬਣਿਆ ਸੀ, ਉਹਨੂੰ ਢਾਹ ਤਾਂ ਲੱਗੂਗੀ ਜੇ ਉਹ ਇਹਨੂੰ ਅੱਗੇ ਜਾ ਕੇ ਮੀਟ ਨਹੀਂ ਕਰ ਪਾਉਂਦੇ ਆਪਣੀ ਇਸ ਸਰਗਰਮੀ ਨੂੰ। ਲੇਕਿਨ ਇਹਦੇ ਉੱਤੇ ਇਹ ਵੀ ਸਵਾਲ ਆ ਕਿ ਕੀ ਪੰਜਾਬ ਸਰਕਾਰ ਵੱਲੋਂ ਇਹਦੀ ਐਡਵੋਕੇਸੀ, ਇਹਦੀ ਜਿਹੜੀ ਪੈਰਵਾਈ ਸੀ ਉਹ ਕੀ ਠੀਕ ਤਰੀਕੇ ਨਾਲ ਹੋਈ, ਕਿ ਇਸ ਤੋਂ ਪਹਿਲਾਂ ਕੋਈ ਨੋਟਿਸ ਹੋਇਆ ਗਵਰਨਮੈਂਟ ਨੂੰ? ਕਿਉਂਕਿ ਅੱਜ ਕੱਲ ਮਾਣਯੋਗ ਉੱਚ ਅਦਾਲਤ ਵਿੱਚੋਂ ਜਦੋਂ ਹੀ ਕੋਈ ਪਟੀਸ਼ਨ ਦਾਇਰ ਹੁੰਦੀ ਹੈ, ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਨਾਲ ਦੀ ਨਾਲ ਹੀ ਉਹਦੀ ਕਾਪੀ ਚਲੇ ਜਾਂਦੀ ਹੈ। ਸੋ ਕੀ ਇਹਦੀ ਸਮਾਂ ਰਹਿੰਦਿਆਂ ਜਿਹੜੀ ਆ ਉਹ ਪ੍ਰੋਪਰ ਪੈਰਵਾਈ ਨਹੀਂ ਕੀਤੀ ਗਈ, ਇਹ ਵੀ ਦੇਖਣਾ ਹੋਊਗਾ। ਪਰ ਰਾਜਾ ਵੜਿੰਗ ਲਈ ਵੀ ਇਹ ਬਹੁਤ ਵੱਡੀ ਗੱਲ ਆ ਕਿ ਸਿਰਫ ਸੁਰਖੀਆਂ ਦੀ ਖਾਤਰ ਤੁਸੀਂ ਅਫਰਾ ਤਫਰੀ ਨਾਲ, ਜੇ ਅੱਗੇ ਨਾਲੋਂ ਵੱਡੇ ਨੁਕਸਾਨ ਹੋ ਗਏ, ਜਿਨ੍ਹਾਂ ਨੂੰ ਸਟੇ ਮਿਲ ਗਏ, ਜਿਨ੍ਹਾਂ ਨੂੰ ਕੋਰਟਾਂ ਦੀ ਸ਼ੈਲਟਰ ਮਿਲ ਗਈ, ਤੁਸੀਂ ਤਾਂ ਉਹਨਾਂ ਨੂੰ ਮੁੜ ਕੇ ਟੱਚ ਵੀ ਨਹੀਂ ਕਰ ਸਕਦੇ, ਹੱਥ ਵੀ ਨਹੀਂ ਲਾ ਸਕਦੇ। ਸੋ ਇਹ ਵੀ ਪਹਿਲੂ ਆ। ਲੇਕਿਨ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਵੀ ਦਾਖਲ ਹੋ ਗਈ ਆ, ਜਿਹਦੇ ਵਿੱਚ ਉਹਨਾਂ ਈਡੀ ਦੇ ਉੱਤੇ ਇਲਜ਼ਾਮ ਲਾਏ ਸੀ ਕਿ ਮੈਂ ਜਦੋਂ ਇਹਨਾਂ ਨੇ ਕਿਹਾ, ਮੈਂ ਗਿਆ ਜਾਂਚ ਲਈ ਗਿਆ, ਸਹਿਯੋਗ ਕੀਤਾ, 11 ਵਾਰ ਇਹਨਾਂ ਸੱਦਿਆ, ਮੈਂ 11 ਵਾਰ ਗਿਆ, ਮੈਨੂੰ ਗ੍ਰਿਫਤਾਰ ਕਿਉਂ ਕੀਤਾ? ਇਹ ਵੀ ਵੱਡਾ ਸਵਾਲ ਆ, ਕਿਉਂਕਿ ਖਹਿਰਾ ਇਕੱਲੇ ਪਏ ਨਜ਼ਰ ਆਉਂਦੇ ਰਹੇ ਆ।
ਪੰਜਾਬ ਦੀ ਪੋਲਿਟਿਕਸ ਵਿੱਚ ਇਕੱਲਾ ਬੰਦਾ ਜਿਹੜਾ ਸਭ ਤੋਂ ਵੱਧ ਸਰਗਰਮੀ ਨਾਲ ਵਿਚਰਦਾ ਰਿਹਾ ਬਤੌਰ LOP ਆਮ ਆਦਮੀ ਪਾਰਟੀ ਵੱਲੋਂ, ਕਾਂਗਰਸ ਵੱਲੋਂ ਉਸ ਤੋਂ ਪਹਿਲਾਂ ਆਪਣੇ ਸ਼ਰੀਕਾਂ ਨਾਲ ਇਹਨੇ ਸ਼ਰੀਕੇਬਾਜ਼ੀ ਵਧਾਈ ਔਰ ਫਿਰ ਇਹ ਪੰਜਾਬ ਦੇ ਸਿਖਰ ਤੋਂ, ਸੱਤਾ ਦੇ ਸਿਖਰ ਤੋਂ, ਖਾਸ ਤੌਰ ਤੇ ਪਪੂਲੈਰਿਟੀ ਦਾ ਗ੍ਰਾਫ ਸਿਖਰ ਤੇ ਸੀ ਜਦੋਂ ਪੰਜਾਬ ਏਕਤਾ ਪਾਰਟੀ ਬਣਾਈ, ਆਮ ਆਦਮੀ ਪਾਰਟੀ ਛੱਡੀ ਤੇ ਫਿਰ ਉੱਥੋਂ ਮੁੱਦੇ ਮੂੰਹ ਬੰਦਾ ਡਿੱਗਦਾ ਹੈ। ਤੇ ਅੱਜ ਦੇ ਦਿਨ ਦੇ ਵਿੱਚ ਜਦੋਂ ਕਾਂਗਰਸ ਦੁਬਾਰਾ ਜੁਆਇਨ ਕਰਦਾ, ਬਿਲਕੁਲ ਆਈਸੋਲੇਸ਼ਨ ਦੀ ਸਥਿਤੀ 'ਚ ਸੀਗਾ, ਇਕੱਲਾ ਸੀ। ਹਾਈ ਕੋਰਟ ਦੀ ਜੇ ਕੋਈ ਰਾਹਤ ਮਿਲ ਜਾਂਦੀ ਆ, ED ਉੱਥੇ ਜਵਾਬ ਪ੍ਰੋਪਰ ਨਹੀਂ ਦੇ ਪਾਉਂਦੀ, ਤਾਂ ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਕੈਰੀਅਰ ਇੱਕ ਵਾਰੀ ਫਿਰ ਅੱਗੇ ਵੱਧ ਸਕਦਾ। ਲੇਕਿਨ ਅਦਰਵਾਈਜ਼ ਸੁਖਪਾਲ ਸਿੰਘ ਖਹਿਰਾ ਨੇ ਬਹੁਤ ਸਾਰੇ ਸਬਕ ਸਿੱਖੇ ਹੋਣਗੇ। ਇਹਦੇ ਉੱਤੇ ਤੁਹਾਡੀ ਟਿੱਪਣੀ ਚਾਹੂੰਗਾ। ਸੁਖਪਾਲ ਸਿੰਘ ਖਹਿਰਾ ਨੇ ਜਦ ਵੀ ਕਿਸੇ ਮੁੱਦੇ ਨੂੰ ਰੱਖਿਆ ਤੇ ਬੜੇ ਪੁਰਜੋਰ ਤਰੀਕੇ ਨਾਲ ਰੱਖਿਆ। ਇਸ ਕਰਕੇ ਕਈ ਉਹਨਾਂ ਦੇ ਵਿਰੋਧੀ ਤੇ ਕਈ ਉਹਨਾਂ ਦੇ ਦੋਸਤ ਉਹਨਾਂ ਨੂੰ ਮੀਡੀਆ ਦੀ ਡਾਰਲਿੰਗ ਕਹਿ ਕੇ ਵੀ ਬੁਲਾਉਂਦੇ ਸੀਗੇ। ਕਾਰਨ ਕਿ ਮੀਡੀਆ ਨੂੰ ਖਬਰਾਂ ਚਾਹੀਦੀ ਹੁੰਦੀ ਹੈ, ਔਰ ਖਬਰਾਂ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਉਹਨਾਂ ਪਰੋਸਦੇ ਸੀਗੇ, ਯਾਨੀ ਬਿਲਕੁਲ ਵੈਲ ਪ੍ਰੀਪੇਅਰਡ ਖਬਰ, ਔਰ ਖਬਰਾਂ ਦੇ ਪੂਰੇ ਡਾਕੂਮੈਂਟਡ ਚੀਜ਼ਾਂ ਸਾਰੀ ਨਾਲ ਹੁੰਦੀ ਸੀਗੀ। ਪਰ ਇੱਥੇ ਵੀ ਜਿਹੜੀ ਪਟੀਸ਼ਨ ਦਾਖਲ ਕੀਤੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ, ਉਹ ਤੱਥਾਂ ਦੇ ਆਧਾਰ ਦੇ ਉੱਤੇ ਕੀਤੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ 11 ਵਾਰ ED ਨੇ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਕੀਤਾ ਸੀਗਾ, ਔਰ ਉਹ 11 ਦੀ 11 ਵਾਰ ਜਦ ED ਨੂੰ ਮਿਲ ਕੇ ਆਉਂਦੇ ਸੀਗੇ, ਉਹ ਮੀਡੀਆ ਨੂੰ ਬਰੀਫ ਕਰਦੇ ਟਾਈਮ ਇਹ ਗੱਲ ਕਹਿੰਦੇ ਸੀ ਵੀ ED ਨੂੰ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤੇ ED ਨੇ ਮੇਰੇ ਜਿਹੜੇ ਰੇਡ ਪਾਈ ਸੀਗੀ ਉਹਦੇ ਵਿੱਚ ਕੋਈ ਡਾਕੂਮੈਂਟ ਏਦਾਂ ਮੇਰੇ ਕੋਲ ਨਹੀਂ ਪਾਏ ਗਏ। ਔਰ ਲਾਸਟ ਵਿੱਚ ਜਦ ਗੱਲ ਸੁਣੀ ਗਈ ਸੀ ਤੇ ਉਹਨਾਂ ਦੇ ਨਿਊਯਾਰਕ ਟੂਰ ਦੇ ਬਾਰੇ 'ਚ ਗੱਲ ਸੁਣੀ ਗਈ ਸੀ, ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਆਮ ਆਦਮੀ ਪਾਰਟੀ ਦੇ ਨਾਂ ਤੇ ਉਹਨਾਂ ਨੇ $1,19,000 ਅਮਰੀਕਾ ਦੇ ਵੱਖ-ਵੱਖ ਡਿਸਟ੍ਰਿਕਟ ਜ਼ਿਲ੍ਹਿਆਂ ਦੇ ਵਿੱਚੋਂ ਜਾਂ ਟਾਊਨ ਦੇ ਵਿੱਚੋਂ ਇਕੱਠੇ ਕੀਤੇ, ਔਰ ਉਹ ਉਹਨਾਂ ਦੇ ਖਾਤੇ 'ਚ ਗਏ। ਜਦ ਕਿ ਸੁਖਪਾਲ ਖਹਿਰਾ ਉਹਨਾਂ ਦਾ ਕਹਿਣਾ ਸੀਗਾ ਕਿ ਆਮ ਆਦਮੀ ਪਾਰਟੀ ਕੇ ਸਪਾਂਸਰਡ ਟੂਰ ਤੇ ਉੱਥੇ ਗਏ ਸੀਗੇ, ਔਰ ਉਹ ਸਾਰੇ ਪੈਸੇ ਪਾਰਟੀ ਫੰਡ ਦੇ ਵਿੱਚ ਗਏ, ਔਰ ਪਾਰਟੀ ਦੇ ਹੀ ਵੋਲੰਟੀਅਰਸ ਨੇ ਉਹ ਪੈਸੇ ਇਕੱਠੇ ਕੀਤੇ ਸੀਗੇ। ਚਲੋ ਇਹ ਰੇੜਕਾ ਤੇ ਸਮਝ ਆਉਂਦਾ ਸੀਗਾ ਵੀ ਇਹਦੇ ਵਿੱਚ, ਕਿਉਂਕਿ ਹੁਣ ਉਹ ਆਮ ਆਦਮੀ ਪਾਰਟੀ 'ਚ ਨਹੀਂ ਹੈ ਤੇ ਉਹਨਾਂ ਦੇ ਕਾਊਂਟਰ ਐਲੀਗੇਸ਼ਨ ਤੇ ਚੱਲਦੇ ਰਹਿਣਗੇ। ਪਰ 11 ਵਾਰ ਸੇਮ ਮੁੱਦੇ ਤੇ ਸੰਬੰਧ ਕਰਕੇ ਬੁਲਾਣਾ ਔਰ ਆਰੋਪੀ ਦਾ ਪੇਸ਼ ਹੋਣਾ, ਆਪਣੀ ਗੱਲ ਰੱਖਣਾ। 12ਵੀਂ ਵਾਰ ਕੀ ਏਦਾਂ ਦੀ ਗੱਲ ਹੋ ਗਈ ਕਿ ਉਹਨਾਂ ਨੂੰ ਇੱਕ ਡਰੱਗ ਕੇਸ ਦੇ ਵਿੱਚ ਵੀ ਔਰ ਦੂਜਾ ਜਿਹੜਾ ਹੈ ਆਮ ਆਦਮੀ ਪਾਰਟੀ ਵਾਲੇ ਫੰਡ ਦੇ ਵਿੱਚ ਉਹਨਾਂ ਨੇ ਇਮੀਡੀਏਟਲੀ ਅਰੈਸਟ ਕਰ ਲਿਆ। ਅਰੈਸਟ ਕਰਨ ਤੋਂ ਬਾਅਦ ਰਿਮਾਂਡ 7 ਦਿਨ ਦੀ ਰਹੀ, 8 ਦਿਨ ਦੀ ਰਹੀ। ਉਸ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਤਾ। ਪਰ ਉਹਨਾਂ ਦੀ ਅੱਜ ਪਟੀਸ਼ਨ ਦਾ ਐਡਮਿਟ ਹੋਣਾ, ਉਹ ਆਪਣੇ ਆਪ ਵਿੱਚ ED ਨੂੰ ਗਏ ਹੋਏ ਨੋਟਿਸ ਦਾ ਜਵਾਬ ਦੇਣਾ ਪੈਣਾ। ਉਹ ਜਵਾਬ ਕੀ ਦਿੰਦੇ ਨੇ, ਕੋਰਟ ਉਹਨਾਂ ਜਵਾਬਾਂ ਤੋਂ ਕਿੰਨੇ ਕੁ ਸੈਟੀਸਫਾਈਡ ਹੁੰਦੇ ਨੇ, ਇਹ ਤੇ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਪਰ ਹੁਣ ਸੁਖਪਾਲ ਸਿੰਘ ਖਹਿਰਾ ਵੀ ਇੱਕ ਜ਼ਖਮੀ ਸ਼ੇਰ ਲੱਗਦੇ ਨੇ। ਉਹ ਵੀ ਇਹ ਗੱਲ ਬਾਰ-ਬਾਰ ਕਹਿੰਦੇ ਨੇ ਕਿ ਮੈਂ ਜਦੋਂ ਬਾਹਰ ਆਊਂਗਾ ਮੈਂ ਕੁਝ ਏਦਾਂ ਦੀ ਗੱਲਾਂ ਦੇ ਖੁਲਾਸੇ ਕਰੂੰਗਾ ਜਿਹਦੇ ਨਾਲ ਕਾਂਗਰਸ ਦੇ ਵਿੱਚ ਬੈਠੇ ਹੋਏ ਲੋਕ ਜਿਨ੍ਹਾਂ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ, ਮੈਂ ਉਹਨਾਂ ਨੂੰ ਬੇਨਕਾਬ ਕਰਾਂਗਾ। ਚਲੋ ਹਜੇ ਤੇ ਟਾਈਮ ਲੱਗਣਾ ਹੈ, ਪਰ ਇਹਨਾਂ ਦੀ ਪਟੀਸ਼ਨ ਦਾ ਐਡਮਿਟ ਹੋਣਾ ਇਹ ਵੀ ਤੁਹਾਨੂੰ ਅੱਧੀ ਕੁ ਜਿੱਤ ਤੇ ਸਮਝੋ ਹੋ ਹੀ ਗਈ। ਬਾਕੀ ਦੇਖੋ ਉਹ ਕਿਸ ਤਰੀਕੇ ਨਾਲ ਕੋਰਟ ਦੇ ਵਿੱਚ ਤੱਥ ਰੱਖਦੇ ਨੇ, ਕੋਰਟ ਕਿਸ ਤਰੀਕੇ ਨਾਲ ਉਹਨਾਂ ਤੱਥਾਂ ਦੇ ਉੱਤੇ ਬਹਿਸ ਕਰਕੇ ਸਮਝਦਾ ਹੈ ਤੇ ਕੋਈ ਫੈਸਲਾ ਸੁਣਾਉਂਦਾ ਹੈ, ਇਹ ਆਉਣ ਵਾਲੇ ਟਾਈਮ ਵਿੱਚ ਹੀ ਪਤਾ ਲੱਗੇਗਾ। ਵੈਸੇ ਵੈਲਕਮ ਕਰਨਾ ਬਣਦਾ ਸੁਖਪਾਲ ਸਿੰਘ ਖਹਿਰਾ ਦੇ ਉਸ ਖੁਲਾਸਿਆਂ ਨੂੰ ਜਿਹੜੇ ਉਹਨਾਂ ਨੇ ਕਰਨੇ ਆ, ਕਿਉਂਕਿ ਸਿਆਸਤ ਜੇ ਸਾਫ਼ ਸੁਥਰੀ ਕਰਨੀ ਆ ਤਾਂ ਚਾਹੀਦਾ ਤਾਂ ਹੈ ਕਿ ਤੁਸੀਂ ਉਹ ਨੰਗੇ ਕਰਦੇ ਹੋ ਜਿਹੜੇ ਕੱਜੇ ਰਹਿੰਦੇ ਨੇ ਪਰਦਿਆਂ ਨਾਲ, ਸੱਤਾਦਿਆਂ ਨਾਲ ਕਰ ਦੇਣੇ ਚਾਹੀਦੇ ਆ। ਜਦੋਂ ਜੰਗ ਯੁੱਧ 'ਚ ਪਿਆਰ 'ਚ ਕਹਿੰਦੇ ਸਭ ਜਾਇਜ਼ ਹੁੰਦਾ ਹੈ ਤੇ ਫਿਰ ਇਹ ਜਾਇਜ਼ਤਾ ਨੂੰ ਜਾਇਜ਼ ਠਹਿਰਾਓ, ਲੜੋ ਜੇ ਬਚਣਾ ਹੈ। ਜੇ ਬਚਣਾ ਹੈ ਤਾਂ ਫਿਰ ਲੜਨਾ ਪਊ, ਤੇ ਜੇ ਲੜਨਾ ਹੈ ਤਾਂ ਫਿਰ ਕੁਦਰਤੀ ਤੌਰ ਤੇ ਕੁਝ ਨਾ ਕੁਝ ਕੀਮਤ ਤਾਂ ਚੁਕਾਉਣੀ ਪਊ। ਬਹੁਤ ਮਿਹਰਬਾਨੀ, ਧੰਨਵਾਦ ਜੀ।